ਜੀ ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਉਹ ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਉਹ ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਉਹ ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਉਹ ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਉਹ ਪਦਵੀ ਲੈ ਗਿਆ ਜੀ, ਉਹ ਮੂਰਖਾਂ ਦੀ ਪਦਵੀ ਲੈ ਗਿਆ ਜੀ। ਉਹ ਤਾਂ ਉਹ ਮੂਰਖਾਂ ਦੀ ਪਦਵੀ ਲੈ ਗਿਆ ਜੀ ਮੂਰਖਾਂ ਦੀ। ਉਹ ਪਦਵੀ ਲੈ ਗਿਆ ਜੀ ਮੂਰਖਾਂ ਦੀ। ਪਦਵੀ ਲੈ ਗਿਆ ਜੀ ਮੂਰਖਾਂ ਦੀ। ਪਦਵੀ ਲੈ ਗਿਆ ਜੀ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਉਹ ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। ਚਾਰੇ ਵੇਦਾਂ ਨੂੰ ਪੁਕਾਰਨ ਵਾਲਾ, ਪਦਵੀ ਲੈ ਗਿਆ ਮੂਰਖਾਂ ਦੀ। लंका गढ़ सोने का पया, मूर्ख रावण क्या ले गया। कहत कबीर कुछ गुण विचार, चले जुआरी दो हाथ चार। परम सत्कारयोग गुरां की साजी और निवाजी हुई साध संगत जी, अमृत वेले दे समय मुख रखदे हां। चबरां छतरां तख्तां दे मालिक, मौके दे मालिक, 11वें गुरु प्रतख गुरु, शब्द गुरपीरा गहर गंभीरा बिन शब्द है जग बोरानम। शब्द गुरु दे पावन पवित्र चरणां दे विच आप जी सज करके जितना क समा मेरे मालिक ने बख्शिश कीता है, उन्हां को समा बवाणियां कहानियां पुत सुपुत करैन। रही वास्ते कत समय निक न मन्नी, फड़ फड़ रही तरीस समय किशकाही कमी। ये साह ठाहर मुँह न जानदा, लग गया न मुड़ गया। इस करके परमात्मा ने समा दिता अमृत वेले दा, अमृत
ਦਾ ਵੇਲਾ ਹੋਵੇ, ਅੰਮ੍ਰਿਤਮਈ ਬਾਣੀ ਹੋਵੇ, ਬੜੇ ਪਿਆਰ ਵਿੱਚ ਆ ਕੇ ਗੁਰੂ ਜੀ ਦੇ ਪਾਵਨ ਪਵਿੱਤਰ ਸਨਮੁਖ ਬੈਠ ਕੇ, ਗੋਦ ਵਿੱਚ ਬੈਠ ਕੇ, ਪਿਤਾ ਦੀ ਗੋਦ ਵਿੱਚ ਪੁੱਤਰ ਬੈਠ ਕੇ ਕਿੰਨਾ ਕੁ ਆਨੰਦ ਮਾਣਦਾ ਹੈ, ਉਸ ਪੁੱਤਰ ਨੂੰ ਪਤਾ ਹੈ। ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਹਾਮੀ ਭਰਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਪਿਤਾ ਨੇ ਆਪਣੇ ਪੁੱਤਰ ਦੇ ਨਾਲ ਪਿਆਰ ਕਰਿਆ, ਗੁਰੂ ਨੇ ਆਪਣੇ ਸਿੱਖ ਦੇ ਨਾਲ ਪਿਆਰ ਕਰਿਆ। ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਿਤਰੇ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਉਤਾਨਪਤ ਰਾਜਾ ਹੋਇਆ, ਉਹਦੇ ਗੋਦ ਵਿੱਚ ਪੁੱਤਰ ਆ ਕੇ ਸੱਜ ਗਿਆ। ਉਹਦੀ ਜਿਹੜੀ ਦੂਸਰੀ ਰਾਣੀ ਸੀ ਉਹਨੇ ਆ ਕੇ ਪਟਕਾ ਕੇ ਧਰਤੀ ਦੇ ਨਾਲ ਮਾਰਿਆ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਤੇਰ ਮਾਂ ਬਣ ਕੇ। ਕਹਿੰਦੇ ਉਸ ਮਾਂ ਨੇ ਗੋਦ ਵਿੱਚੋਂ ਰਾਜੇ ਦੀ ਦੇ ਵਿੱਚੋਂ ਪੁੱਤਰ ਨੂੰ ਪਟਕਾ ਕੇ ਧਰਤੀ ਉੱਤੇ ਮਾਰਿਆ ਤੇ ਨਾਲੇ ਇੱਕ ਬੋਲੀ ਮਾਰ ਦਿੱਤੀ, ਜੇ ਤਾਂ ਰਾਜੇ ਦੀ ਗੋਦ ਦਾ ਆਨੰਦ ਲੈਣਾ ਸੀ ਤਾਂ ਮੇਰੀ ਕੁੱਖ ਤੋਂ ਜਨਮ ਲੈਂਦਾ। ਮਹਾਰਾਜ ਜੀ ਕਹਿਣ ਲੱਗੇ ਇੱਕ ਤਾਂ ਬੋਲੀ ਦਾ ਦੁੱਖ, ਇੱਕ ਧਰਤੀ ਨਾਲ ਪਟਕਾ ਕੇ ਮਾਰਿਆ। ਚਲੋ ਮੇਰਾ ਕਹਿਣ ਤੋਂ ਭਾਵ ਸੀ ਪਿਤਾ ਦੀ ਗੋਦ, ਜਿਹਨੂੰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਪ੍ਰਾਪਤ ਹੋ ਜਾਵੇ, ਉਸ ਸਿੱਖ ਦੇ ਸਭ ਤੋਂ ਵੱਡੇ ਭਾਗ ਹੁੰਦੇ ਹਨ। ਇਸ ਕਰਕੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਫਿਰ ਮਹਾਰਾਜ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕੱਲ ਜਿਹੜਾ ਉਹ ਦੁਸਹਿਰਾ ਸੀ, ਵਿਜੈ ਦਸ਼ਮੀ ਵੀ ਕਿਹਾ ਜਾਂਦਾ। ਵਿਜੇ ਤੋਂ ਕੱਲ ਵੀ ਮੈਂ ਅਰਥ ਕਰਿਆ ਸੀ, ਅਰਜ਼ ਕਰੀ ਸੀ ਤੁਹਾਡੇ ਚਲਣਾ ਵਿੱਚ, ਭਾਵ ਫਤਿਹ ਦੀ ਵੀ ਜਿੱਤ ਹੋਈ, ਫਤਿਹ ਹੋ ਗਈ, ਭਾਵ ਰਾਮ ਜੀ ਦੀ। ਇੱਕ ਉਸ ਸਮੇਂ ਦੇ ਰਾਵਣ ਦਾ, ਚਲੋ ਭਾਵੇਂ ਵਿਦਵਾਨਾਂ ਦੀ ਅੱਡੋ ਅੱਡੀ ਰਾਏ, ਪਰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਨੁਸਾਰ ਚੱਲਣਾ ਹੈ। ਅੱਜ ਦੋ ਪਾਰਟੀਆਂ ਬਣ ਗਈਆਂ, ਇਹਦੇ ਵਿੱਚ ਵੀ ਇੱਕ ਰਾਵਣ ਨੂੰ ਚੰਗਾ ਕਹੀ ਜਾਂਦੇ ਨੇ, ਇੱਕ ਮਾੜਾ ਕਹੀ ਜਾਂਦੇ ਨੇ। ਜੇ ਇੱਕ ਮਤ ਹੋ ਕੇ ਚੱਲਣ ਸਾਰੇ, ਭਾਵ ਜੇ ਉਹਦੇ ਵਿੱਚ ਕੋਈ ਮਾੜਾ ਗੁਣ ਦਿੰਦਾ ਹੈ ਤਾਂ ਮਾੜਾ ਕਹੋ, ਮੂੰਹ ਤੇ ਕਹਿ ਦਿਓ। ਜੇ ਚੰਗਾ ਗੁਣ ਕਹਿੰਦਾ ਦਿਖਦਾ ਤਾਂ ਚੰਗਾ ਮੂੰਹ ਤੇ ਕਹਿ ਦਿਓ, ਬੜਾ ਸਵਾਦ ਹੁੰਦਾ, ਬੜਾ ਆਨੰਦ ਆਉਂਦਾ ਉਹਦੇ ਵਿੱਚ। ਹੁਣ ਜੇ ਤਾਂ ਗੁਰਬਾਣੀ ਦੇ ਅਨੁਸਾਰ ਚੱਲੀਏ, ਫਿਰ ਤਾਂ ਮਹਾਰਾਜ ਜੀ ਕਹਿੰਦੇ ਨੇ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਏ। ਮਹਾਰਾਜ ਜੀ ਕਹਿੰਦੇ ਉਹ ਇੱਕ ਪਦਵੀ ਮੂਰਖਾਂ ਵਾਲੀ ਪ੍ਰਾਪਤ ਕਰ ਗਿਆ, ਮੂਰਖ ਨਹੀਂ ਸੀ ਉਹ ਸੱਚਮੁੱਚ ਦੇ ਵਿੱਚ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਸੁੰਦਰ ਲਿਖਿਆ ਰਾਵਣ ਦੀ ਬਾਬਤ, ਜਿਹਦੇ ਕੋਲੇ ਲੰਕਾ ਸੋਨੇ ਦੀ। ਹੁਣ ਭਾਵੇਂ ਇੱਥੇ ਹੀ ਅਰਥ ਕਰਿਆ ਜਾਂਦਾ ਹੈ ਵੀ ਉਹਨੇ ਕਿਹੜਾ ਆਪ ਬਣਾਈ ਸੀ, ਉਹ ਤਾਂ ਇੱਕ ਤਕੜਾ ਵਿਦਵਾਨ ਵੇਦ ਪਾਠੀ ਸੀ। ਲੰਕਾ ਸੋਨੇ ਦੀ ਰਾਵਣ ਨੇ ਆਪ ਨਹੀਂ ਬਣਾਈ। ਸਮੇਂ ਦੇ ਭਗਵਾਨ ਜਿਹੜੇ ਸ਼ਿਵ ਜੀ ਮਹਾਰਾਜ ਪਾਰਵਤੀ ਨਾਲ ਜੰਗਲਾਂ ਵਿੱਚ ਫਿਰਦੇ ਨੇ। ਇੱਕ ਦਿਨ ਪਾਰਵਤੀ ਨੇ ਕਿਹਾ, ਭਗਵਾਨ ਕਿੰਨਾ ਕੁ ਸਮਾਂ ਜੰਗਲਾਂ ਵਿੱਚ ਧੱਕੇ ਖਾਂਦੇ ਫਿਰਾਂਗੇ, ਇੱਕ ਕੋਈ ਮਹਿਲ ਬਣਾ ਲਓ, ਵਧੀਆ ਸੁੰਦਰ ਮਹਿਲ ਬਣਾਓ, ਉਹਦੇ ਵਿੱਚ ਨਿਵਾਸ ਕਰੀਏ, ਕੁਝ ਸਮਾਂ ਉੱਥੇ ਰਹਿائش ਕਰੀਏ ਆਪਣੇ ਘਰ ਦੇ ਵਿੱਚ। ਭਗਵਾਨ ਸ਼ਿਵ ਜੀ ਕਹਿਣ ਲੱਗੇ, ਨਹੀਂ ਮੰਨ ਲਾ ਗੱਲ, ਆਪਾਂ ਨੂੰ ਤਾਂ ਜੰਗਲ ਬੀਆਬਾਨ ਹੀ ਵਧੀਆ ਨੇ, ਇੱਥੇ ਪਰਮਾਤਮਾ ਦਾ ਨਾਮ ਚੇਤੇ ਆਉਂਦਾ, ਰੱਬ ਨਾਲ ਜੁੜਦੇ ਹਾਂ। ਉਹ ਕਹਿਣ ਲੱਗੀ, ਨਾ ਇਹ ਤਾਂ ਜ਼ਰੂਰ ਬਣਾਉਣਾ ਪਊਗਾ, ਬਾਲ ਗਾਓ, ਇਸਤਰੀ ਗਾਓ, ਰਾਜ ਗਾਓ। ਕਹਿੰਦੇ ਇਹ ਵੀ ਇੱਕ ਹੱਠ ਹੁੰਦੇ ਨੇ, ਹੱਠ। ਜਿਹੜਾ ਹੱਠ ਬੱਚੇ ਨੇ ਕਰ ਲਿਆ ਵੀ ਆਹ ਕੰਮ ਕਰਨਾ ਹੈ, ਜਿਵੇਂ ਆਪਾਂ ਹਿੰਡ ਕਹਿ ਦਿੰਦੇ ਵੀ ਹਿੰਡ ਕਰ ਲਈ ਬੱਚੇ ਨੇ, ਉਹਨੇ ਕਰਨਾ ਹੀ ਕਰਨਾ। ਜਿਹੜਾ ਰਾਜੇ ਨੇ ਹੱਠ ਕਰ ਲਿਆ ਵੀ ਇਹ ਕੰਮ ਕਰਨਾ ਹੀ ਕਰਨਾ, ਇਹਨੂੰ ਸੂਲੀ ਤੇ ਚੜਾਉਣਾ, ਉਹ ਤੂੰ ਕੋਈ ਨਹੀਂ ਵੀ ਜਿਹੜਾ ਉਤਾਰ ਸਕਦਾ, ਚੜਾਊਗਾ। ਇਸੇ ਤਰ੍ਹਾਂ ਇਸਤਰੀ ਦਾ ਵੀ ਇੱਕ ਹੱਠ ਹੈ। ਮਹਾਰਾਜ ਜੀ ਕਹਿਣ ਲੱਗੇ, ਪਾਰਵਤੀ ਨੇ ਜਦੋਂ ਬਹੁਤਾ ਹੱਠ ਕਰਿਆ, ਭਗਵਾਨ ਕਹਿਣ ਲੱਗੇ ਬਣਾ ਦਿੰਨੇ ਆ, ਪਰ ਤੈਨੂੰ ਰਹਿਣ ਦਾ ਹੁਕਮ ਨਹੀਂ ਹੋਣਾ ਉਹਨਾਂ ਦੇ ਵਿੱਚ। ਸਮੇਂ ਦੇ ਅਵਤਾਰ ਸੀ।
ਨਾ ਮੰਨੀ। ਚਲੋ ਭਗਵਾਨ ਸ਼ਿਵ ਜੀ ਮਹਾਰਾਜ ਨੇ ਭਗਵਾਨ ਜਿਹੜਾ ਸੀ ਨਾ ਉਹ ਵਿਸ਼ਵਕਰਮਾ ਜੀ ਮਹਾਰਾਜ ਨੂੰ ਯਾਦ ਕਰਿਆ। ਕਿਰਤ ਦਾ ਦੇਵਤਾ ਹੈ ਵਿਸ਼ਵਕਰਮਾ, ਕਿਰਤ ਦਾ। ਇਸ ਕਰਕੇ ਹਰ ਇੱਕ ਨੂੰ ਕਿਰਤ ਦੇਣ ਵਾਲਾ ਜਿਹੜਾ ਉਹ ਭਗਵਾਨ ਵਿਸ਼ਵਕਰਮਾ ਜੀ ਹੈ। ਇਤਿਹਾਸ ਵੱਡਾ। ਇੱਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਪਰਮਾਤਮਾ ਨੇ ਤਿੰਨ ਆਪਣੇ ਇਹੋ ਜਿਹੇ ਪੈਰੋਕਾਰ ਸਾਜ ਕੇ ਭੇਜ ਦਿੱਤੇ। ਇੱਕ ਨੂੰ ਪੈਦਾਸ਼ ਕਰਨ ਦੀ ਹੁਕਮ ਕਰ ਦਿੱਤਾ, ਇੱਕ ਨੂੰ ਲਾਏ ਕਰਨ ਦਾ ਭਾਵ ਦੁਨੀਆ ਤੋਂ ਤੋਰਨ ਦਾ ਹੁਕਮ ਦੇ ਦਿੱਤਾ, ਇੱਕ ਨੂੰ ਰਿਜ਼ਕ ਦੇਣ ਦਾ ਹੁਕਮ ਦਿੱਤਾ ਵੀ ਤੈਂ ਰਿਜ਼ਕ ਹੀ ਦੇਣਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ, ਸੰਸਾਰ ਦੀ ਰਚਨਾ ਕਰਨ, ਇੱਕ ਭੰਡਾਰੀ ਭਾਵ ਲੰਗਰ ਦੀ ਵਸਤੂ ਦੇਣ ਵਾਲਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਫਾਰਸੀ ਦਾ ਸ਼ਬਦ ਹੈ, ਕਹਿੰਦੇ ਲਾਏ ਕਰਨਾ ਵੀ ਖਤਮ ਕਰ ਦੇਣਾ ਭਾਵ। ਤਿੰਨ ਦੇਵਤੇ ਜਿਸ ਵਕਤ ਬਣਾਏ ਗਏ ਫਿਰ ਡਿਊਟੀ ਲਾ ਦਿੱਤੀ। ਇੱਕ ਤਾਂ ਹੁਣ ਸੱਜੀ ਜਾਂਦਾ ਹੈ, ਇੱਕ ਜਿਹੜਾ ਉਹਨਾਂ ਨੂੰ ਭਸਮ ਕਰੀ ਜਾਂਦਾ ਹੈ, ਤੇ ਇੱਕ ਦੇਵਤੇ ਦੀ ਆ ਗਈ ਡਿਊਟੀ ਵੀ ਤੈਂ ਇਹਨਾਂ ਨੂੰ ਰਾਸ਼ਨ ਦੇਣਾ ਹੈ ਕੇਵਲ। ਹੁਣ ਫਿਰ ਉਹ ਤਿੰਨਾਂ ਦੇਵਤਿਆਂ ਦੀ ਉਹਨਾਂ ਨੇ ਮੀਟਿੰਗ ਕਰੀ ਵੀ ਇਹ ਕੰਮ ਕਿਵੇਂ ਹੋ ਸਕਦਾ। ਪਰਮਾਤਮਾ ਅੱਗੇ ਅਰਜ਼ ਕਰੀ। ਫਿਰ ਅੱਗੇ ਮਹਾਰਾਜ ਜੀ ਕਹਿੰਦੇ ਹਾਂ ਮੂਰਖ ਕਾਰੇ ਲਾਈਏ ਨਾਨਕ ਹਰ ਕੰਮੇ। ਕਹਿੰਦੇ ਪਰਮਾਤਮਾ ਨੇ ਕਿਹਾ ਵੀ ਜਗ ਸੰਸਾਰ ਨੂੰ ਕਾਰੇ ਲਾਉਣਾ, ਕਾਰੇ ਕੰਮ ਲਾਉਣਾ ਭਾਵ। ਕਹਿੰਦੇ ਕੰਮ ਲਾਉਣ ਵਾਸਤੇ ਫਿਰ ਚੌਥੇ ਦੇਵਤੇ ਦੀ ਲੋੜ ਪਈ। ਉਹ ਕੌਣ ਸੀ? ਭਗਵਾਨ ਵਿਸ਼ਵਕਰਮਾ ਜੀ ਮਹਾਰਾਜ। ਉਹਨਾਂ ਨੂੰ ਫਿਰ ਜਿਹੜਾ ਉਹ ਬੁਲਾਇਆ ਗਿਆ। ਉਹਨਾਂ ਨੇ ਇਸ ਦੁਨੀਆ ਦੀ ਪੈਦਾਸ਼ ਕੀਤੀ, ਅੱਗੇ ਜਿਹੜਾ ਬ੍ਰਹਮੰਡ ਰਚਿਆ। ਉਧਰ ਭਗਵਾਨ ਸ਼ਿਵ ਜੀ ਨੇ ਵੀ ਅਰਜ਼ ਕਰੀ ਵੀ ਕਿਰਪਾ ਕਰੋ ਸਾਡੇ ਮਹਿਲ ਬਣਾ ਦਿਓ। ਭਗਤਾਂ ਦੇ ਨਾਲ ਇੰਨਾ ਪ੍ਰੇਮ ਭਗਵਾਨ ਵਿਸ਼ਵਕਰਮਾ ਜੀ ਨਾਲ, ਉਹਨਾਂ ਦੇ ਨੇਤਰਾਂ ਦੇ ਵਿੱਚ ਬੜੀ ਵੱਡੀ ਕ੍ਰਾਂਤੀ। ਉਹਨਾਂ ਨੇ ਨੇਤਰ ਮਾਰੇ, ਜਿੱਧਰ ਨੂੰ ਝਾਕਦੇ ਨੇ ਉਧਰ ਨੂੰ ਸੋਨੇ ਦਾ ਮਹਿਲ ਹੀ ਬਣ ਜਾਂਦਾ, ਸੋਨੇ ਦਾ। ਨਾ ਉਹਦੇ ਵਿੱਚ ਕੋਈ ਇੱਟ ਲੱਗੀ, ਨਾ ਗਾਰਾ ਲੱਗਿਆ, ਨਾ ਕੋਈ ਸੀਮੈਂਟ ਲੱਗਿਆ। ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਸੋਨੇ ਦੇ ਮਹਿਲ ਬਣਾ ਦਿੱਤੇ ਸਾਰੇ। ਇੱਕ ਹੱਠ ਇਸਤਰੀ ਦਾ ਪੂਰਾ ਹੋ ਗਿਆ। ਭਗਵਾਨ ਕਹਿਣ ਲੱਗੇ ਚਲੋ ਜਿਵੇਂ ਤੁਹਾਡੀ ਮਰਜ਼ੀ ਹੈ। ਹੁਣ ਦੂਸਰਾ ਹੱਠ ਫੇਰ ਕਰ ਲਿਆ। ਕਹਿਣ ਲੱਗੇ ਉਨਾ ਚਿਰ ਮਹਿਲ ਦੇ ਵਿੱਚ ਨਹੀਂ ਵੜਨਾ ਜਿੰਨਾ ਚਿਰ ਇਸ ਮਹਿਲ ਦੀ ਚੱਠ ਨਹੀਂ ਹੁੰਦੀ ਹੈ, ਭਾਵ ਮਹੂਰਤ ਨਹੀਂ ਹੁੰਦਾ। ਪਹਿਲਾਂ ਤਾਂ ਮਹੂਰਤ ਕੱਢ ਕੇ, ਮਹੂਰਤ ਕਰਕੇ, ਵੇਦ ਪਾਠੀ ਬੁਲਾ ਕੇ, ਅਖੰਡ ਜਾਪ ਕਰਾ ਕੇ, ਹਮਨ ਜਗ ਕਰਕੇ ਫਿਰ ਇਹਨਾਂ ਮਹਿਲਾਂ ਵਿੱਚ ਵੜਨਾ ਹੈ। ਫਿਰ ਸ਼ਿਵ ਜੀ ਭਗਵਾਨ ਨੇ ਆਖਿਆ ਅਜੇ ਵੀ ਮੰਨ ਜਾ, ਤੇਰਾ ਇੱਕ ਤਾਂ ਹੱਠ ਹੋ ਗਿਆ ਪੂਰਾ, ਹੁਣ ਦੂਸਰਾ ਨਾ ਕਰ। ਪਾਰਵਤੀ ਨਾ ਹਟਿਓ। ਕਹਿਣ ਲੱਗੀ ਪਹਿਲਾਂ ਵੇਦ ਪਾਠੀ ਬੁਲਾ, ਜਗ ਹਮਨ ਜਗ ਹੋਣ, ਫਿਰ ਕਿਤੇ ਜਾ ਕੇ ਅੰਦਰ ਨਿਵਾਸ। ਆਪਾਂ ਵੀ ਇਹ ਵੀ ਕਰਦੇ ਹਾਂ। ਘਰ ਵਿੱਚ ਨਵਾਂ ਕੋਈ ਮਕਾਨ ਬਣਾਇਆ ਆਪਾਂ, ਇਹ ਹੁੰਦਾ ਮਨ ਵਿੱਚ ਸਿੱਖ ਦੀ ਭਾਵਨਾ ਹੁੰਦੀ ਹੈ ਪਹਿਲਾਂ ਗੁਰੂ ਦੇ ਮੁਬਾਰਕ ਚਰਨ ਪੈ ਜਾਣ, ਉਸ ਤੋਂ ਬਾਅਦ ਫਿਰ ਅਸੀਂ ਨਿਵਾਸ ਕਰਾਂਗੇ। ਚਲੋ ਪਾਰਵਤੀ ਦੇ ਕਹਿਣ ਤੇ ਵੇਦ ਪਾਠੀ ਬੁਲਾਏ ਗਏ, ਜਿਹਦੇ ਵਿੱਚ ਇਹ ਰਾਵਣ ਵੀ ਆਇਆ, ਜਿਹਦੇ 4 ਵੇਦ ਜਵਾਨੀ ਕੰਠ ਸਨ। 4 ਵੇਦ, 27 ਸਿਮਰਤੀਆਂ, 18 ਪੁਰਾਣ, ਇਹ ਸਾਰਾ ਕੁਝ ਰਾਵਣ ਦੇ ਯਾਦ ਸੀ। ਇਹ ਵੀ ਉਸ ਜੱਗ ਦੇ ਵਿੱਚ ਆਇਆ, ਹਮਨ ਜੱਗ ਕਰਿਆ। ਹਵਨ ਜਗ ਕਰਕੇ ਜਦੋਂ ਸਮਾਪਤੀ ਵੇਲੇ ਦਕਸ਼ਨਾ ਦੇਣ ਲੱਗੇ, ਸਾਰੇ ਵਿਦਵਾਨਾਂ ਨੂੰ ਦੇ ਦਿੱਤੀ ਦਕਸ਼ਨਾ। ਭਗਵਾਨ ਸ਼ਿਵ ਜੀ ਮਹਾਰਾਜ ਨੇ ਜੋ ਰਾਵਣ ਦੀ ਵਾਰੀ ਆਈ, ਕਹਿਣ ਲੱਗੇ ਤੁਸੀਂ ਤਕੜੇ ਵੇਦ ਪਾਠੀਓ, ਕਿਰਪਾ ਕਰੋ ਕੋਈ ਦਕਸ਼ਨਾ ਕੀ ਤੁਹਾਨੂੰ ਦਈਏ। ਰਾਵਣ ਨੇ ਕਿਹਾ ਜੇ ਤੂੰ ਮੇਰੇ ਉੱਤੇ ਬਾਹਲਾ ਖੁਸ਼ ਹੈ ਨਾ ਤਾਂ ਜਿਹੜੀ ਸੋਨੇ ਦੀ ਮਹਿਲ ਬਣਾਏ ਨੇ ਤੈਂ ਆਪਣੇ ਰਹਿائش ਵਾਸਤੇ ਤਾਂ ਸੋਨੇ ਦੇ ਮਹਿਲ ਬਣਾਏ ਨੇ, ਮੈਨੂੰ ਦਾਨ ਦੇ ਵਿੱਚ ਦੇ ਦਿੱਤੇ। ਸੂਰਵੀਰ ਬਚਨ ਕੇਵਲੀ। ਉਸੇ ਵਕਤ ਜਦੋਂ ਕਿਹਾ ਮੈਨੂੰ ਦਾਨ ਵਿੱਚ ਦੇ ਦਿੱਤੇ, ਭਗਵਾਨ ਕਹਿਣ ਲੱਗੇ ਚੱਕ ਤੈਨੂੰ ਦਾਨ ਵਿੱਚ ਹੀ ਦਿੱਤੇ। ਉਸੇ ਵਕਤ ਭਗਵਾਨ ਸ਼ਿਵ ਜੀ ਪਾਰਵਤੀ ਨੂੰ ਕਹਿਣ ਲੱਗੇ ਚੱਕ ਡੋਰੂ, ਕਿਉਂ ਆਪਾਂ ਤਾਂ ਜੰਗਲ ਵੇਲੇ ਹੀ ਚੱਲਣਗੇ, ਮਹਿਲਾਂ ਵਿੱਚ ਆਪਣਾ ਨਿਵਾਸ ਨਹੀਂ ਹੈ, ਆਪਾਂ ਨੂੰ ਮਹਿਲ ਚੰਗੇ ਨਹੀਂ ਜੇ ਲੱਗਦੇ। ਬਸ ਉਹਦੀ ਫੇਰ ਜਾ ਕੇ ਜੰਗਲਾਂ ਦੇ ਵਿੱਚ ਨਿਵਾਸ ਕੀਤਾ। ਫਿਰ ਉਹਨੇ ਆਪਣੀ ਮਾਇਆ ਦੇ ਨਾਲ, ਆਪਣੀ ਵਿਦਵਤਾ ਦੇ ਨਾਲ, ਏਡੀ ਵਿਦਵਤਾ ਸੀ ਉਹਦੇ ਕੋਲੇ, ਰਾਵਣ ਕੋਲੇ, ਜਿਹਦੇ 4 ਵੇਦ ਜਵਾਨੀ ਕੰਠ ਹੋਣ। ਹੁਣ ਇੱਥੇ ਅੱਗੇ ਗੁਰਬਾਣੀ ਵਿੱਚ ਲਿਖਿਆ, ਕਹਿੰਦੇ ਉਹਨੇ ਕਾਲ ਪਾਵੇ ਦੇ ਨੇ। ਕਾਲ ਨਾਮ ਸਮੇਂ ਦਾ ਹੈ। ਇੱਕ ਵਿਦਵਾਨ ਨੇ ਅਰਥ ਕਰਿਆ, ਕਹਿੰਦੇ ਸਮੇਂ ਦੇ ਵਿੱਚ ਰਹਿਣ ਵਾਲਾ, ਤੇ ਦੂਸਰਾ ਕਾਲ ਅਰਥ ਹੈ ਸ਼ਿਵ ਜੀ ਭਗਵਾਨ ਦਾ। ਸ਼ਿਵ ਜੀ ਸੰਘਾਰ ਕਰਦਾ ਸਭ ਦਾ। ਕਹਿੰਦੇ ਉਹ ਸ਼ਿਵ ਜੀ ਭਗਵਾਨ ਦਾ ਹਰ ਵਕਤ ਪਹਿਰਾ ਰਹਿੰਦਾ ਸੀ ਉਸ ਰਾਵਣ ਦੇ ਨਾਲ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਹਰ ਵਕਤ ਜਿਹਦੇ ਅੰਗ ਸੰਗ ਸ਼ਿਵ ਜੀ ਰਹਿੰਦਾ ਹੋਵੇ, ਉਹ ਜਿਹੜਾ ਸੰਘਾਰ ਕਰਦਾ ਹੈ, ਉਹ ਵੀ ਹੱਥ ਬੰਨ੍ਹ ਕੇ ਖੜਾ ਉਹਦੀ ਸ਼ਰਨ ਦੇ ਵਿੱਚ 33 ਕਰੋੜ ਦੇਵੀ ਦੇਵਤਾ ਖੜਾ ਹੈ। ਤੇ ਬਸ ਫਿਰ ਵਿਦਿਆ ਬਹੁਤੀ ਸੀ। ਸਤਿਗੁਰੂ ਜੀ ਕਹਿੰਦੇ ਫਿਰ ਇੰਨਾ ਕੁ ਪਰਿਵਾਰ ਉਹਦਾ ਬਣ ਗਿਆ, 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਇੰਨਾ ਪਰਿਵਾਰ ਵੀ ਉਹਨੇ ਬਣਾ ਲਿਆ ਆਪਣਾ। ਤਿੰਨੇ ਲੋਕ ਦੀਆਂ ਉਹ ਨੌਜਵਾਨ ਬੱਚੀਆਂ, ਸੁਰ ਨਰ, ਉਹ ਰਾਖਸ਼ਾਂ ਦੀਆਂ ਲੜਕੀਆਂ, ਸੁਰ ਕਹੀਏ ਇਹ ਜਿਹੜੇ ਮਤ ਲੋਕ ਦੇ ਲੋਕ ਰਹਿਣ ਵਾਲੇ, ਉਹਨਾਂ ਦੀਆਂ ਉਹ ਸਾਰੀਆਂ ਜਿਹੜੀਆਂ ਸਭ ਤੋਂ ਸੁੰਦਰ ਇਸਤਰੀਆਂ ਸੀ ਉਸ ਰਾਵਣ ਦੀਆਂ, ਜਿਹੜੀਆਂ ਉਹ ਪਤਨੀਆਂ ਬਣੀਆਂ, ਜਿਨ੍ਹਾਂ ਦੇ ਘਰ ਦੇ ਵਿੱਚ ਕਹਿੰਦੇ ਫੌਜ ਘਰ ਦੀ ਹੋ ਗਈ ਸਾਰੀ। ਦੇਖੋ ਏਡਾ ਵੱਡਾ ਆਪਣਾ ਪਰਿਵਾਰ ਬਣਾ ਲਿਆ, ਸੋਨੇ ਦੀ ਲੰਕਾ ਬਣਾ ਲਈ ਜਿਹਦੇ 7 ਗੇਟ ਸੀ, ਤੇ 7 ਗੇਟਾਂ ਉੱਤੇ ਹਾਥੀ ਖੜੇ ਝੂਲਦੇ ਸੀ। ਭਗਤ ਨਾਮਦੇਵ ਜੀ ਨੇ ਇਸ ਗੱਲ ਦੀ ਹੰਭੀ ਭਰੀ ਹੈ। ਉਹ ਕਹਿੰਦੇ, ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਘਾਏ, ਜਨ ਤਰਨ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰ ਤੋ ਬਿਨ ਸਜਾਏ, ਝੂਠੀ ਦੇਹੀ ਮੇਰੀ ਮੇਰੀ ਕਹਿਰੋਂ ਕਰਤੇ, ਦਰਜੋਧਨ ਸੇ ਭਾਈ 12 जोजन छत्र चलै था, देही गिरज न खाई, सर्व सोन की लंका होती रावण से अधकाई। कहते सारी लंका सोने की, सर्व सोन की लंका होती रावण से अधकाई, कहाँ भयो दर वाधे हाथी, खिन में पई पराई। 7 गेटां ते 7 हाथी इस तरह झूलते ने खड़े, देखते ने कदों महाराजा रावण आवे ते कदों सवार होवे, कदों असीं शहर करन जाइए। 33 करोड़ देवी देवता होर जितने ਵੱਡੇ ਵੱਡੇ ਦੇਵਤੇ ਨੇ ਉਸ ਰਾਵਣ ਦੇ ਬਾਰ ਵਿੱਚ ਖੜੇ ਨੇ, ਹੱਥ ਬੰਨ੍ਹ ਕੇ ਸਾਡੀ ਭੇਟਾ ਸਵੀਕਾਰ ਕਰਾ ਦਿਓ ਕਹਿ ਕੇ। ਜੇ ਕਿਸੇ ਨੂੰ ਇਜਾਜ਼ਤ ਵੀ ਹੁੰਦੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਅੰਦਰ ਆਉਣ ਦੀ ਲੰਕਾ ਦੇ ਵਿੱਚ, ਕਹਿੰਦੇ ਉਹ ਮੁਖ ਤਾਹਾਂ ਨਹੀਂ ਸੀ ਕਰਦਾ, ਨੀਵੀਂ ਪਾ ਕੇ ਲੰਕਾ ਦੇ ਵਿੱਚ ਤੁਰਦਾ ਸੀ। ਉਹ ਇੰਨਾ ਭੈ ਸੀ, ਭਜਨ ਭਜਨ ਪ੍ਰਤਾਪੀ ਸੀ। ਦੇਖੋ ਇੱਕੋ ਹੀ ਅਵਗਣ ਸੀ। ਮਹਾਰਾਜ ਜੀ ਕਹਿੰਦੇ ਮਿਰਤਕ ਕਹੀਏ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਦੇਖ ਲੋ ਸਮੇਂ ਦੇ ਰਾਮ ਦੇ ਨਾਲ ਬੈਰ ਪਾਇਆ, ਅਕਾਰਨ ਵੈਦ ਵਧਿਆ। ਤੇ ਦੇਖੋ ਮੈਂ ਪਰਸੋਂ ਵੀ ਅਰਜ ਕਰੀ ਸੀ, ਆਏ ਭਾਰਤ ਖੰਡ ਦੀ ਧਰਤੀ ਦੇ ਬਹੁਤੇ ਜਿਤਨੇ ਜੰਗ ਨੇ, ਜਰ ਜੋਰੂ ਜ਼ਮੀਨ, 3 ਗੱਲਾਂ ਪਿੱਛੇ ਹੋਏ ਨੇ। ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ 14 ਜੰਗ ਕਰੇ, ਔਰ ਜਰ ਜੋਰੂ ਜ਼ਮੀਨ ਪਿੱਛੇ ਨਹੀਂ ਸੀ। ਉਹ ਕੇਵਲ ਤੇ ਕੇਵਲ ਜੁਰਮ ਦੇ ਨਾਲ ਸੀ। ਜਿੱਥੇ ਵੀ ਕਿਤੇ ਜੁਰਮ ਹੁੰਦਾ ਸੀ, ਉੱਥੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਤਲਵਾਰ ਉੱਠ ਖੜਦੀ ਸੀ। ਇਸ ਕਰਕੇ ਫਿਰ ਉਹ ਰਾਵਣ ਦਾ ਤੁਹਾਨੂੰ ਪਤਾ ਫਿਰ ਵਿਜੈ ਹੋਈ। ਭਗਵਾਨ ਰਾਮ ਜੀ ਮਹਾਰਾਜ ਦੀ 14 ਸਾਲ ਦਾ ਬਨਵਾਸ ਕੱਟ ਕੇ ਆਏ, ਉੱਥੇ ਪਤਾ ਹੀ ਨਹੀਂ ਕਿੰਨਿਆਂ ਕੁ ਦਾ ਭਲਾ ਕਰਿਆ। ਮਹਾਰਾਜ ਜੀ ਕਹਿੰਦੇ ਉਹ ਧੰਨ ਗੁਰੂ ਨਾਨਕ ਦੀ ਪਾਵਨ ਪਵਿੱਤਰ ਬਾਣੀ ਅੰਦਰ, ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ, ਇੰਦਰ ਲਭਾਇਆ ਸਹਿਸ ਸਰੀਰ, ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਗੋਤਮ ਦੇ ਘਰਵਾਰੀ ਅਹਲਿਆ, ਜਿਹਨੂੰ ਸਰਾਫ ਦੇ ਕੇ ਸਿਲ ਪੱਥਰ ਬਣਾ ਦਿੱਤਾ ਸੀ, ਸਮੇਂ ਦੇ ਭਗਵਾਨ ਨੇ ਉਹਦੇ ਉੱਤੇ ਆਪਣਾ ਮੁਬਾਰਕ ਚਰਨ ਰੱਖਿਆ ਤੇ ਉਹਦਾ ਭਲਾ ਕਰਿਆ। ਉਹ ਭੀਲ ਦੀ ਬੱਚੀ, ਜਿਹੜੀ ਭੀਲਾਂ ਦੀ ਲੜਕੀ ਸੀ, ਜਿਹਨੂੰ ਭੀਲਣੀ ਆਖਿਆ ਜਾਂਦਾ ਹੈ, ਉਹ ਵੀ ਸਮੇਂ ਦੇ ਭਗਵਾਨ ਰਾਮ ਜੀ ਮਹਾਰਾਜ ਨੂੰ ਉਡੀਕ ਰਹੀ ਸੀ। ਬੜੀ ਸੁੰਦਰ ਸੀ ਇਸਤਰੀ। ਸ਼ਾਦੀ ਹੋ ਕੇ ਜਦੋਂ ਜਿਸ ਵਕਤ ਕਹਿੰਦੇ ਉਹ ਜਾ ਰਹੀ ਸੀ, ਬੱਚੀ ਕੁਹਾਰ 4 ਡੋਲੇ ਨੂੰ ਚੁੱਕੀ ਜਾਂਦੇ ਸੀ, ਰਸਤੇ ਵਿੱਚ ਅਚਾਨਕ ਕਿਤੇ ਉਹਨਾਂ ਮੁਗਲਾਂ ਦਾ ਟਾਕਰਾ ਹੋ ਗਿਆ, ਸਾਰੇ ਮਾਰੇ ਗਏ। ਇਹ ਨੌਜਵਾਨ ਬੱਚੀ ਸੀ ਜਿਹੜੀ ਜੰਗਲ ਦੇ ਵਿੱਚ ਜਾ ਕੇ ਛੁਪ ਗਈ। ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਰੂਪ ਤੋਂ ਕੁਰੂਪ ਹੋ ਗਿਆ। ਸਾਰਿਆਂ ਨੇ ਵਿਚਾਰ ਕਰੀ ਵੀ ਇਹ ਉਹੀ ਜੀ ਲੜਕੀ ਜਿਹੜੀ ਵਿਆਹ ਕੇ ਲਿਆਏ, ਜਿਹਦੇ ਆਉਣ ਦੇ ਨਾਲ ਸਾਰਾ ਕੁਝ ਹੀ ਬਰਬਾਦ ਹੋ ਗਿਆ, ਇਹਨੂੰ ਘਰ ਵਿੱਚ ਹੀ ਨਹੀਂ ਰੱਖਣਾ ਹੈ। ਇਸ ਕਰਕੇ ਕਹਿਣ ਤੋਂ ਭਾਵ ਚਲੋ ਇਤਿਹਾਸ ਬੇਅੰਤ ਹੈ, ਇਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਫਿਰ ਉਹਦੀਆਂ ਅਰਦਾਸਾਂ ਨੂੰ ਜਿਹੜਾ ਉਹ ਫਲ ਲਾਇਆ, ਭਗਵਾਨ ਰਾਮ ਜੀ ਮਹਾਰਾਜ ਨੇ ਅਰਜ ਕਰੀ ਕਿਰਪਾ ਕਰੋ, ਜਿੱਥੇ ਤੁਸੀਂ ਪੰਪਾ ਸਰ ਸਰੋਵਰ ਦੇ ਉੱਤੇ ਆਉਣਾ ਹੈ, ਉੱਥੇ ਕਿਰਪਾ ਕਰਕੇ ਮੇਰੀ ਆ ਟੁੱਟੀ ਜੀ ਛਾਨੇ ਦੇ ਵਿੱਚ ਵੀ ਮੁਬਾਰਕ ਚਰਨ ਪਾ ਦਿਓ। 14 ਸਾਲ ਦਾ ਬਨਵਾਸ ਪੂਰਾ ਹੋ ਰਿਹਾ ਭਗਵਾਨ ਜੀ ਦਾ।
ਸਰੋਵਰ ਇੱਕ ਬਣਿਆ ਹੋਇਆ ਛੋਟਾ ਜਿਹਾ, ਜਿਹਦੇ ਵਿੱਚੋਂ ਸਾਰੇ ਰਿਸ਼ੀ ਜਲ ਛਕਦੇ ਨੇ। ਕਿਤੇ ਉੱਥੇ ਅਚਨਚੇਤ ਭਿਲਣੀ ਚਲੀ ਜਾਂਦੀ ਹੈ ਤਾਂ ਉਹਨੂੰ ਗਰੀਬਣੀ ਜਾਣ ਕੇ ਉਹਦਾ ਦੁਰਕਾਰ ਕਰਦੇ ਨੇ ਤੇ ਉਹਨੂੰ ਕੱਢ ਦਿੰਦੇ ਨੇ ਉੱਥੋਂ। ਤੇ ਸਮੇਂ ਤੇ ਜਦੋਂ ਉਹਦੇ ਵਿੱਚ ਕਿਰਮ ਪੈ ਗਏ, ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਸੀ, ਜਦੋਂ ਕਿਰਮ ਪੈ ਗਏ, ਕੀੜੇ ਪੈ ਗਏ, ਪਾਣੀ ਪੀਣ ਯੋਗ ਨਾ ਰਿਹਾ, ਸਾਰੇ ਰਿਸ਼ੀਆਂ ਨੇ ਆਖਿਆ ਹੁਣ ਇਉਂ ਕਰੋ, ਭਗਵਾਨ ਰਾਮ ਜੀ ਮਹਾਰਾਜ ਨੂੰ ਬੇਨਤੀ ਕਰੀਏ, ਉਹਨਾਂ ਦੇ ਪਾਵਨ ਪਿੱਤਰ ਚਰਨ ਪੈਣ ਦੇ ਨਾਲ ਇਹ ਜਿਹੜਾ ਪੰਪਾਸਰ ਸਰੋਵਰ ਦਾ ਜਲ ਹੈ ਇਹ ਸਾਰਾ ਸ਼ੁੱਧ ਹੋ ਜਾਊਗਾ, ਫਿਰ ਆਪਣੇ ਛਕਣ ਦੇ ਯੋਗ ਹੋ ਜਾਊਗਾ। ਨਿਮੰਤਰਣ ਦੇ ਆਏ, ਕਿਹਾ ਏ ਭਗਵਾਨ ਜੀ ਨੂੰ, ਆਇਓ ਕਿਰਪਾ ਕਰ ਦਿਓ, ਸਾਡੇ ਪੰਪਾਸਰ ਸਰੋਵਰ ਵਿੱਚ ਮੁਬਾਰਕ ਚਰਨ ਪਾ ਦਿਓ। ਭਗਵਾਨ ਕਹਿਣ ਲੱਗੇ ਜ਼ਰੂਰ ਆਵਾਂਗੇ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਕਹਿੰਦੇ ਉਹ ਜਿਹੜਾ ਮਾਣ ਦੇਣਾ ਸੀ ਉਸ ਭਿਲਣੀ ਨੂੰ, ਤੇ ਭਗਵਾਨ ਜੀ ਆ ਗਏ। ਭਗਵਾਨ ਰਾਮ ਜੀ ਮਹਾਰਾਜ, ਮਾਤਾ ਸੀਤਾ, ਲਕਸ਼ਮਣ ਸਾਰੇ ਜਾਣੇ ਇਕੱਠੇ ਹੋ ਕੇ, ਉਧਰ ਰਿਸ਼ੀ ਇਕੱਠੇ ਹੋ ਗਏ ਸਾਰੇ, ਆ ਕੇ ਅਰਜ ਕਰੀ ਆ ਕਿਰਪਾ ਕਰ ਦਿਓ, ਸਰੋਵਰੇ ਚੋਂ ਜਲ ਛਕਦੇ ਚੋਂ ਇਸ਼ਨਾਨ ਕਰਦੇ ਆ ਤੇ ਇਹਦਾ ਜਲ ਪਵਿੱਤਰ ਕਰ ਦਿਓ। ਫਿਰ ਉਧਰ ਭਗਵਾਨ ਮਾਣ ਕਿਹਨੂੰ ਦੇਣਾ ਸੀ? ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰਦਾ ਗੋਬਿੰਦ ਮੇਰਾ ਪਿਆਰਾ ਮੇਰਾ, 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 ਕਾਹੂ ਤੇ ਨਾ ਡਰਦਾ ਗੋਬਿੰਦ ਮੇਰਾ ਪਿਆਰਾ ਮੇਰਾ। ਜੀ ਕਿ ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਕਹਿਣ ਲੱਗੇ ਲਿਆਓ ਬੁਲਾਓ, ਸਾਰੇ ਰਿਸ਼ੀ ਆ ਗਏ। ਕੱਲੇ ਕੱਲੇ ਨੂੰ ਕਿਹਾ ਪਾਓ ਮੁਬਾਰਕ ਚਰਨ, ਤੁਸੀਂ ਬਾਣੀ ਪੜਨ ਵਾਲੇ ਹੋ, ਵੇਦ ਪਾਠੀ ਬੜੇ ਤਕੜੇ ਹੋ, ਤੁਹਾਡੇ ਤੇ ਕਿਰਪਾ, ਪਾਓ ਪਹਿਲਾਂ ਮੁਬਾਰਕ ਚਰਨ। ਜਿਹੜਾ ਵੀ ਰਿਸ਼ੀ ਚਰਨ ਪਾ ਕੇ ਬਾਹਰ ਨਿਕਲਦਾ ਕਿਰਮ ਹੋਰ ਵੱਧ ਜਾਂਦੇ ਨੇ, ਕੀੜੇ ਹੋਰ ਵੱਧ ਜਾਂਦੇ ਨੇ। ਦੂਜੇ ਨੂੰ ਕਿਹਾ ਤੂੰ ਵੀ ਉਹਦੇ ਵਿੱਚ ਜ਼ਿਆਦਾ ਕੀੜੇ ਵੱਧ ਗਏ। ਤੀਜੇ ਨੂੰ ਕਿਹਾ, ਚੌਥੇ ਨੂੰ, ਸਾਰਿਆਂ ਨੇ 7 ਰਿਸ਼ੀਆਂ ਨੇ ਚੱਲਣ ਪਿਆ। 7 ਰਿਸ਼ੀ ਸਨ, ਜਿਹਨੂੰ ਵਿਦਵਾਨ ਲਿਖਦਾ 7 ਰਿਸ਼ੀਆਂ ਦਾ ਮਾਣ ਤੋੜਿਆ, ਝੂਠੇ ਬੇਰ ਭਿਲਣੀ ਦੇ ਖਾਧੇ ਗੁਰੂ ਨਾਨਕ ਯਾਰ ਗਰੀਬਾਂ ਦਾ। 7 ਨੇ ਪਾਤੇ ਕਿਰਮ ਵੱਧਦੇ ਗਏ। ਹੁਣ ਫੇਰ ਕਹਿਣ ਲੱਗੇ ਭਗਵਾਨ ਜੀ ਅਸੀਂ ਤਾਂ ਤੁਹਾਨੂੰ ਬੁਲਾਇਆ, ਤੁਸੀਂ ਮੁਬਾਰਕ ਚਰਨ ਪਾਓ। ਭਗਵਾਨ ਜੀ ਕਹਿਣ ਲੱਗੇ ਚਲੋ ਮੈਂ ਵੀ ਪਾ ਕੇ ਦੇ ਦਾਂ। ਆਪਣੇ ਛੋਟੇ ਭਰਾ ਨੂੰ ਕਿਹਾ, ਉਹਨੇ ਚਰਨ ਪਾਏ, ਨਾ ਕਿਰਮ ਹਟੇ। ਮਾਤਾ ਸੀਤਾ ਜੀ ਨੇ ਪਾਏ, ਨਾ ਹਟੇ। ਭਗਵਾਨ ਰਾਮ ਨੇ ਚਰਨ ਪਾਏ, ਨਾ ਹਟੇ, ਕਿਉਂਕਿ ਮਾਣ ਦੇਣਾ ਸੀ। ਤੇ ਪਿਆਰ ਵਿੱਚ ਆ ਕੇ ਜਦੋਂ ਭਿਲਣੀ ਕੰਨੀ ਹੱਥ ਕਰਿਆ ਨਾ ਭਗਵਾਨ ਰਾਮ ਜੀ ਨੇ, ਤੂੰ ਵੀ ਚਰਨ ਪਾ ਦੇ। ਸਾਰੇ ਰਿਸ਼ੀ ਕਿਰਕ ਲਖਤ ਡਰ ਗਏ। ਇੱਕ ਸਮੇਂ ਦਾ ਭਗਵਾਨ ਹੈ, ਇੱਕ ਉਹ ਗਰੀਬਣੀ ਹੈ ਜਿਹਦੇ ਪਾਟੇ ਹੋਏ ਕੱਪੜੇ ਨੇ, ਨਹਾਉਂਦੀ ਨਹੀਂ ਧੋਂਦੀ ਨਹੀਂ, ਤੇ ਇਹਦੇ ਕੰਨੀ ਭਗਵਾਨ ਨੇ ਇਸ਼ਾਰਾ ਕਰਤਾ ਤੂੰ ਵੀ ਚਰਨ ਪਾ ਦੇ। ਭਿਲਣੀ ਡਰਦੀ ਹੈ। ਭਗਵਾਨ ਕਹਿਣ ਲੱਗੇ ਨਹੀਂ ਤੂੰ ਡਰ ਨਾ, ਕਿਉਂ? ਮੈਂ ਤਾਂ ਆਇਆ ਹੀ ਇਸ ਵਾਸਤੇ ਹਾਂ। ਭਿਲਣੀ ਨੂੰ ਫੜ ਕੇ ਭਗਵਾਨ ਰਾਮ ਜੀ ਨੇ ਜਦੋਂ ਮੁਬਾਰਕ ਚਰਨ ਉਸ ਪੰਪਾਸਰ ਸਰੋਵਰ ਦੇ ਵਿੱਚ ਪਾਏ ਤੇ ਸਾਰੇ ਕਿਰਮ ਦੂਰ ਹੋ ਗਏ। ਜਿਹੜੇ ਰਿਸ਼ੀ ਨਫ਼ਰਤ ਕਰਦੇ ਸੀ ਉਸੇ ਵਕਤ ਉਹ ਸਾਰੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਏ। ਨਾਲੇ ਪਿਆਰ ਵਿੱਚ ਆ ਕੇ ਕਹਿੰਦੇ ਨੇ, ਸੁਣਿਆ ਜ਼ਰੂਰ ਸੀ ਤੂੰ ਗਰੀਬਾਂ ਨੂੰ ਮਾਣ ਦੇਣ ਵਾਲਾ ਹੈ, ਪਰ ਅੱਜ ਮੈਂ ਅੱਖੀ ਦੇਖ ਲਿਆ ਜੈਸਾ ਸੁਣਿਆ ਸਤਿਗੁਰ ਮੇਰਾ। ਉਹ ਮੈਂ ਅੱਖੀ ਦੇਖ ਲਿਆ ਜੈਸਾ ਸੁਣਿਆ ਪਿਆਰਾ ਮੇਰਾ ਜੀ। ਮੈਂ ਅੱਖੀ ਦੇਖ ਲਿਆ ਜੈਸਾ ਸੁਣਿਆ ਸਤਿਗੁਰ ਮੇਰਾ। ਮੈਂ ਅੱਖੀ ਵੇਖ ਲਿਆ ਜੈਸਾ ਸੁਣਿਆ ਸਤਿਗੁਰ ਮੇਰਾ। ਮੈਂ ਅੱਖੀ ਦੇਖ ਲਿਆ ਜੈਸਾ ਸੁਣਿਆ ਪਿਆਰਾ ਮੇਰਾ। ਮੈਂ ਅੱਖੀ ਵੇਖ ਲਿਆ
जैसा सुनिया प्यारा मेरा। मैं अखी देख लिया जैसा सुनिया सतगुरु मेरा जी। मैं अखी देख लिया जैसा सुनिया मैं अखी वेख लिया जैसा सुनिया सतगुरु मेरा। मैं अखी वेख लिया जैसा सुनिया प्यारा मेरा। मैं अखी वेख लिया जैसा सुनिया प्यारा मेरा। मैं अखी वेख लिया जैसा सुनिया प्यारा मेरा। भाव कहन तो भगवान राम जी महाराज ने फिर असीस बख्शिश करती। ऐसा शुभ कोई बीज ਬੀਜਿਆ ਸੀ ਉਸ ਭਿਲਣੀ ਦਾ ਜਿਹਨੂੰ ਭਗਵਾਨ ਰਾਮ ਜੀ ਮਹਾਰਾਜ ਜਾ ਕੇ ਜੰਗਲਾਂ ਦੇ ਵਿੱਚ ਧਾਰੇ। ਕਈ ਵਾਰ ਜੀ ਕਹਿੰਦੇ ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਕਹਿੰਦੇ ਜਿਹੋ ਜਿਹਾ ਕੋਈ ਮਨੁੱਖ ਬੀਜ ਬੀਜਦਾ ਨਾ ਅਵਸ਼ ਉਹਨੂੰ ਭੋਗਣਾ ਪੈਂਦਾ। ਭਗਤ ਜੀ ਤੁਰੇ ਜਾਂਦੇ ਨੇ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਬੇਅੰਤ ਭਗਤ ਐਸੇ ਜਿਹੜੇ ਸਮਕਾਲੀ ਹੋਏ ਨੇ। ਉਹਨਾਂ ਦੇ ਵਿੱਚ ਸ਼੍ਰੋਮਣੀ ਭਗਤ ਬਾਬਾ ਫਰੀਦ ਜੀ ਵੀ ਤੁਰੇ ਜਾਂਦੇ। ਕੋਈ ਅੱਗੇ ਕਿੱਕਰ ਦੇ ਬੀਜ ਬੜੇ ਉਹ ਮਲੇਮ ਨੇ, ਉਹ ਬੀਜੀ ਜਾਂਦਾ ਬੈਠਾ। ਕਹਿੰਦੇ ਇਹ ਕਾਹਦੇ ਬੀਜ ਨੇ? ਕਹਿੰਦੇ ਜੀ ਕਿੱਕਰਾਂ ਦੇ ਬੀਜ ਨੇ। ਕੀ ਕਰਦਾ? ਕਹਿੰਦੇ ਬੀਜਦਾ। ਫੇਰ ਕਹਿੰਦੇ ਇਹਨਾਂ ਦੇ ਵਿੱਚੋਂ ਅੱਗੇ ਬੂਟਾ ਪੈਦਾ ਹੋ ਜਾਊਗਾ। ਇਹ ਮਲੇਮ ਬੀਜ ਨੇ, ਬੜੇ ਵਧੀਆ ਲੱਗਦੇ ਨੇ ਵੇਖਣ ਨੂੰ। ਫੇਰ ਕਹਿੰਦੇ ਫੇਰ ਕੀ ਹੋ ਜੂ? ਕਹਿੰਦੇ ਇਹਦੇ ਵਿੱਚੋਂ ਜਦੋਂ ਬੂਟਾ ਪੈਦਾ ਹੋ ਗਿਆ ਇਹਨੂੰ ਦਾਖਾਂ ਲੱਗਣਗੀਆਂ। ਬਾਬਾ ਜੀ ਕਹਿਣ ਲੱਗੇ ਭੋਲਿਆ ਐ ਕਿਵੇਂ ਦਾਖਾਂ ਲੱਗ? ਨਹੀਂ ਕਹਿੰਦੇ ਜੀ ਦੇਖੋ ਕਿੰਨੇ ਵਧੀਆ ਬੀਜ ਨੇ। ਬਾਬਾ ਜੀ ਨੇ ਉੱਥੇ ਫਿਰ ਬੜੇ ਪਿਆਰ ਵਿੱਚ ਆ ਕੇ ਸ਼ਲੋਕ ਉਚਾਰਨ ਕਰਿਆ। ਫਰੀਦਾ ਲੋੜਾ ਦਾਖ ਵਜੌਰੀਆਂ ਕਿੱਕਰ ਬੀਜੈ ਜੱਟ। ਹੰਡਾ ਹੁਣ ਕਤਾਂ ਦਾ ਪੈਂਦਾ ਲੋੜਾ ਪੱਟ। ਕਹਿੰਦੇ ਕਿੱਕਰਾਂ ਦੇ ਬੀਜੇ ਦੇ ਵਿੱਚੋਂ ਕਿੱਕਰਾਂ ਹੀ ਪੈਦਾ ਹੋਣਗੀਆਂ, ਵੱਡੀਆਂ ਵੱਡੀਆਂ ਸੂਲਾਂ ਹੋ ਜਾਣਗੀਆਂ, ਤੇਰੇ ਕੰਮ ਨਹੀਂ ਆਉਣੇ। ਕਹਿੰਦੇ ਨਹੀਂ ਮੈਂ ਤਾਂ ਇਹ ਬੀਜੂਗਾ। ਬਾਬਾ ਜੀ ਕਹਿੰਦੇ ਤੇਰੀ ਮਰਜ਼ੀ ਹੈ। ਮਰਜ਼ੀ ਕਹਿੰਦੇ ਖੇਤ ਸਰੀਰ ਜੋ ਬੀਜੀ ਹੈ ਸੁਅੰਤ ਖਲੋਆ ਏ। ਇਸ ਕਰਕੇ ਮਰਜ਼ੀ ਕਹਿੰਦੇ ਜਿਹੋ ਜਿਹਾ ਕੋਈ ਮਨੁੱਖ ਬੀਜ ਬੀਜਦਾ ਉਹ ਜਿਹਾ ਅਵਸ਼ ਜਿਹੜਾ ਉਹ ਵੱਢਦਾ ਹੈ। ਕਹਿੰਦੇ ਰਾਜਾ ਇੱਕ ਤਖਤ ਉੱਤੇ ਬੈਠਾ, ਸਾਰੇ ਸਮਕਾਲੀ ਵਜ਼ੀਰ ਉਹਦੇ ਨੇੜੇ ਹੁੰਦੇ ਨੇ, ਜਿਹੜੇ ਚੰਗੇ ਹੁੰਦੇ ਨੇ, ਵਧੀਆ ਬੰਦੇ ਹੁੰਦੇ ਨੇ। ਰਾਜਾ ਉਹਨਾਂ ਨੂੰ ਆਪਣੇ ਨੇੜੇ ਕਰ ਲੈਂਦਾ। ਸਭ ਵਜ਼ੀਰ ਨੇੜੇ ਨੇ। ਰਾਜਾ ਪੁੱਛਦਾ ਤੁਸੀਂ ਮੇਰੇ ਨਾਲ ਕਿੰਨਾ ਕੁ ਪਿਆਰ ਕਰਦੇ ਹੋ? ਵਜ਼ੀਰ ਕਹਿੰਦੇ ਅਸੀਂ ਘਰ-ਬਾਰ ਵੀ ਛੱਡਿਆ, ਤੁਹਾਡੇ ਨਾਲ ਹਜ਼ੂਰ ਬਹੁਤ ਪ੍ਰੇਮ ਕਰਦੇ ਹਾਂ। ਕਹਿੰਦੇ ਨਹੀਂ ਚੰਗਾ ਇਉਂ ਕਰੋ, ਮੈਂ ਤੁਹਾਡਾ ਦੇਖਦਾ ਤੁਸੀਂ ਮੇਰੇ ਨਾਲ ਕਿੰਨਾ ਕੁ ਪ੍ਰੇਮ ਕਰਦੇ ਹੋ। 3 ਬੋਰੀਆਂ ਦੇਤੀਆਂ, 3 ਥੈਲੇ ਕਹਿ ਲਓ ਬੋਰੀਆਂ। ਆਪਣੇ ਬਾਗ ਬੜੇ ਲੱਗੇ ਹੋਏ ਨੇ, ਉਹ ਬਾਗਾਂ ਦੇ ਵਿੱਚ ਜਾਓ ਕੱਲੇ ਕੱਲੇ, ਮੇਰੇ ਵਾਸਤੇ ਵਧੀਆ ਵਧੀਆ ਫਲ ਲੈ ਕੇ ਆਓ। ਰਾਜੇ ਨੇ ਕਿਹਾ। ਤਿੰਨੇ ਵਜ਼ੀਰ ਚੱਕ ਕੇ ਬੋਰੀਆਂ ਤੁਰ ਪਏ। ਨਾਲੇ ਸੋਚਦੇ ਜਾਂਦੇ ਨੇ ਇੱਕ ਬੋਰੀ ਤਾਂ ਨਹੀਂ ਖਾਜੂ ਰਾਜਾ, ਇੱਕ ਫਲ ਖਾਊ, 2 ਖਾ ਲੂ, 3 ਖਾ ਲੂ, ਵੱਧ ਤੋਂ ਵੱਧ। ਇਸ ਤਰ੍ਹਾਂ ਸੋਚਦਿਆਂ ਸੋਚਦਿਆਂ ਤਿੰਨੇ ਅਲੱਗ-ਅਲੱਗ ਬਾਗਾਂ ਵਿੱਚ ਵੜ ਗਏ। ਜਦੋਂ ਤਿੰਨੇ ਅਲੱਗ ਬਾਗਾਂ ਵਿੱਚ ਵੜ ਗਏ, ਇੱਕ ਜਿਹੜਾ ਬਹੁਤਾ ਨਜ਼ਦੀਕ ਸੀ ਉਹ ਕਹਿੰਦਾ ਮੈਨੂੰ ਰਾਜਾ ਇੱਥੇ ਵੀ ਦੇਖਦਾ, ਮੈਨੂੰ ਘਰ ਵਿੱਚ ਵੀ ਦੇਖਦਾ, ਜਦੋਂ ਮੈਂ ਕੋਲੇ ਬੈਠਾ ਉਦੋਂ ਵੀ ਦੇਖਦਾ, ਅੱਗੋਂ ਦੇਖਾ ਪਿੱਛੋਂ ਦੇਖਾ, ਤੁਝ ਤੇ ਕਹਾਂ ਛਪਾਵੈ ਗੋ। ਰਾਜਾ ਮੈਨੂੰ ਇੱਥੇ ਵੀ ਦੇਖਦਾ, ਕਹਿੰਦਾ ਮੇਰਾ ਗੂੜਾ ਪ੍ਰੇਮ ਹੈ। ਉਹਨੇ ਵਧੀਆ ਵਧੀਆ ਸੁੰਦਰ ਫਲ ਤੋੜ ਕੇ ਇੱਕ ਬੋਰੀ ਭਰ ਲਈ ਪੂਰੀ, ਮੋਢੇ ਨੂੰ ਲਾਈ, ਆਪਣੇ ਘਰ ਨੂੰ ਚੱਲਿਆ ਗਿਆ। ਤੜਕੇ ਅੰਮ੍ਰਿਤ ਵੇਲੇ ਲੈ ਕੇ ਆਵਾਂਗੇ ਦਰਬਾਰ ਵਿੱਚ। ਤੇ ਦੂਜਾ ਸੀ ਜਿਹੜਾ ਉਹ ਮੇਰੇ ਵਰਗਾ, ਉਹ ਕਹਿੰਦਾ ਰਾਜੇ ਨੇ ਕੀ ਕਰਨੇ ਇੰਨੇ ਫਲ ਖਾ ਕੇ। ਥੱਲੇ ਕੂੜ ਕਵਾੜ ਪਾ ਲਿਆ ਉਹਨੇ, ਪਾ ਕੇ ਤੇ ਉੱਤੇ ਅੱਧੀ ਕੁ ਬੋਰੀ ਫਲਾਂ ਦੀ ਕਰ ਲਈ। ਕਹਿੰਦਾ ਰਾਜੇ ਨੇ ਤਾਂ ਬੋਰੀ ਦੇਖਣੀ ਹੈ ਇਕੱਲੀ ਬਸ। ਚਲੋ ਉਹ ਵੀ ਆਪਣੇ ਘਰ ਨੂੰ ਤੁਰ ਗਿਆ। ਜਿਹੜਾ ਤੀਜਾ ਸੀ ਉਹ ਬਹੁਤਾ ਨਾਸਤਿਕ ਸੀ, ਉਹਨੇ ਸਾਰੀ ਉਹ ਬੋਰੀ ਕੂੜੇ ਦੀ ਭਰ ਲਈ। ਕੂੜੇ ਦੀ ਭਰ ਕੇ ਉੱਤੋਂ ਗੰਢ ਦੇ ਲਈ। ਕਹਿੰਦਾ ਰਾਜੇ ਨੇ ਤਾਂ ਬੋਰੀ ਦੇਖਣੀ ਹੈ ਇਕੱਲੀ ਬਸ। ਉਹ ਵੀ ਆਪਣੇ ਘਰ ਲੈ ਗਿਆ। ਸੁਬਹ ਅੰਮ੍ਰਿਤ ਵੇਲਾ ਹੋਇਆ, ਰਾਜੇ ਨੇ ਸੰਦੇਸ਼ਾ ਪਹੁੰਚਾਇਆ ਵੀ ਮੇਰੇ ਮੰਤਰੀਆਂ ਨੂੰ ਬੁਲਾਓ, ਕਿੱਥੇ ਨੇ। ਆਪੋ ਆਪਣੀਆਂ ਬੋਰੀਆਂ ਲੈ ਕੇ ਆਇਓ ਨਾਲ ਜਿਹੜੀਆਂ ਫਲਾਂ ਦੀਆਂ। ਉਹ ਕਹਿੰਦੇ ਜੀ ਠੀਕ ਹੈ। ਸੁਬਹ ਅੰਮ੍ਰਿਤ ਵੇਲਾ ਇਸ਼ਨਾਨ ਧਿਆਨ ਕਰਕੇ ਤਿੰਨੇ ਜਾਣੇ ਬੋਰੀਆਂ ਲੈ ਗਏ, ਜਾ ਕੇ ਦਰਬਾਰ ਵਿੱਚ ਰੱਖ ਦਿੱਤੀਆਂ। ਰਾਜੇ ਨੇ ਹਾਲ ਚਾਲ ਪੁੱਛਣ ਸਾਰ ਕਹਿ ਦਿੱਤਾ ਆਪਣੇ ਸਿਪਾਹੀਆਂ ਨੂੰ, ਤਿੰਨਾਂ ਨੂੰ ਫੜ ਕੇ ਕੈਦ ਵਿੱਚ ਬੰਦ ਕਰ ਦਿਓ।
ਉਹ ਇੱਕ ਦੂਸਰੇ ਦੇ ਮੂੰਹ ਕੰਨੀ ਵੇਖਦੇ ਨੇ, ਕਹਿੰਦੇ ਕਮਾਲ ਦੀ ਗੱਲ ਹੈ, ਰਾਜੇ ਨੇ ਆਹ ਕੀ ਸਾਡੇ ਨਾਲ ਨਿਆਂ ਕਰਿਆ, ਕੋਈ ਗਲਤੀ ਨਹੀਂ ਕਰੀ ਅਸੀਂ। ਰਾਜਾ ਕਹਿੰਦਾ ਇਹਨਾਂ ਨੂੰ ਤਿੰਨਾਂ ਨੂੰ ਜੇਲ੍ਹ ਵਿੱਚ ਚੱਕ ਕੇ ਸੁੱਟ ਦਿਓ, ਤੇ ਦੂਸਰਾ ਹੁਕਮ ਰਾਜੇ ਨੇ ਕਰ ਦਿੱਤਾ, ਇਹਨਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਦੇਣਾ। ਤੀਜਾ ਹੁਕਮ ਕਰਤਾ, ਇਹਨਾਂ ਕੋਲੇ ਜਾਣਾ ਵੀ ਕਿਸੇ ਨੇ ਨਹੀਂ। ਉਹ ਇਸੇ ਤਰ੍ਹਾਂ ਹੋਇਆ, ਉਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਸਣੇ ਬੋਰੀਆਂ ਕੱਲੇ ਕੱਲੇ ਨੂੰ ਬੰਦ ਕਰ ਦਿੱਤਾ। ਹੁਣ ਜਿਹਦੇ ਕੋਲੇ ਤਾਂ ਬੋਰੀ ਵਧੀਆ ਫਲਾਂ ਦੀ ਭਰੀ ਹੋਈ ਸੀ, ਉਹ ਇੱਕ ਫਲ ਕੱਢਿਆ ਕਰੇ ਖਾ ਲਿਆ ਕਰੇ। ਹੁਣ ਜਿਹਦੇ ਕੋਲੇ ਸੀ ਘੱਟ, ਉਹਦੇ 2-4 ਦਿਨ ਲੰਘੇ। ਇੱਕ ਮੇਰੇ ਵਰਗੇ ਕੋਲੇ ਜਮਾਂ ਹੀ ਕੂੜੇ ਦੀ ਬੋਰੀ ਭਰੀ ਸੀ, ਉਹ ਬੋਰੀ ਕਿੰਨੀ ਝਾਕੀ ਜਾਵੇ, ਨਾਲੇ ਰਾਜੇ ਕਿੰਨੀ ਝਾਕੀ ਜਾਵੇ। ਮਹਾਰਾਜ ਜੀ ਕਹਿੰਦੇ ਵੀ ਉਹ ਜਿਹੜਾ ਵੀ ਕੋਈ ਵੀ ਬੀਜ ਬੀਜਦਾ ਹੈ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ, ਜੈਸਾ ਬੀਜੈ ਸੋ ਲੂਣਾ ਕਰਮਾ ਸੰਦਰਾ ਖੇਤ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਕੋਈ ਮਨੁੱਖ ਬੀਜ ਬੀਜਦਾ ਨਾ, ਚੰਗਾ ਬੀਜ ਲੈ। ਉਹਨਾਂ ਜ਼ਿਮੀਦਾਰ ਭਰਾਵਾਂ ਨੇ ਫਸਲ ਬੀਜੀ ਹੈ, ਚੰਗੀ ਬੀਜੀ ਹੈ, ਵਧੀਆ ਫਸਲ ਆ ਗਈ। ਜੇ ਉਹਦੇ ਵਿੱਚ ਕੋਈ ਹੋਰ ਚੀਜ਼ ਬੀਜ ਦਿੰਦੇ, ਉਹਨੇ ਵੀ ਉਗਣਾ ਸੀ। ਕੋਈ ਇੱਕ ਧਰਤੀ ਹੈ ਜਿਹੜੀ ਸੱਚ ਹੈ, ਸੱਚ ਬੋਲਦੀ ਵੀ ਹੈ, ਤੇ ਧਰਤੀ ਦਾ ਹਿਰਦਾ ਵੀ ਸੱਚ ਹੈ। ਜਿਹੋ ਜਿਹਾ ਬੀਜ ਪਾ ਦਾਂਗੇ ਉਹੋ ਜਿਹੇ ਬੀਜ ਉਗਣਾ। ਇਹ ਨਹੀਂ ਬਈ ਬੀਜ ਦੀਏ ਆਪਾਂ ਕਣਕ ਤੇ ਹੋ ਜਾਣ ਚੌਲ, ਨਹੀਂ। ਮਹਾਰਾਜ ਜੀ ਕਹਿੰਦੇ ਦੇਖੋ ਕਿੱਡਾ ਹਿਰਦਾ ਸ਼ੁੱਧ ਹੈ ਧਰਤੀ ਦਾ, ਤੇ ਜਿਹਨੂੰ ਥਾਂ ਥਾਂ ਤੋਂ ਪਾੜਿਆ ਵੀ ਜਾਂਦਾ, ਚੀਰਿਆ ਵੀ ਜਾਂਦਾ, ਗਲੀਆਂ ਵੀ ਕੱਢ ਦਿੰਦੇ ਨੇ, ਪਰ ਫਿਰ ਵੀ ਧਰਤੀ ਪੈਰਾਂ ਹੇਠ ਹੈ। ਧਰਤੀ ਹੇਠ ਬਸੰਦਾ ਪਾਣੀ, ਪਾਣੀ ਚੱਲੈ ਨਿਮਾਣ ਨੂੰ ਗੁਰਸਿੱਖੀ ਦੀ ਇਹ ਨਿਸ਼ਾਨੀ। ਹੁਣ ਜਿਹਨੂੰ ਤਾਂ 1 ਮਹੀਨੇ ਦੀ ਸਜ਼ਾ ਕਰੀ ਸੀ, ਜਿਹਦੇ ਕੋਲੇ ਵਧੀਆ ਬੋਰੀ ਭਰੀ ਹੋਈ ਸੀ, ਉਹਨੇ ਫਿਰ 1 ਮਹੀਨਾ ਬੜੇ ਆਨੰਦ ਨਾਲ ਲੰਘਾਇਆ, ਤੇ ਦੂਜਾ ਵਿਚਾਰਾ ਉਹ ਭੁੱਖਾ ਮਰੇ, ਤੇ ਤੀਸਰਾ ਤਾਂ ਜੰਮੇ ਹੀ ਫਿਰ ਰਹਿ ਗਿਆ ਵਿਚਾਰਾ ਫਾਡੀ ਹੋਈ, ਤੇ ਉਹਨੇ ਤਾਂ ਉੱਥੇ ਹੀ ਸਰੀਰ ਛੱਡ ਦਿੱਤਾ, ਭੁੱਖਾ ਮਰ ਗਿਆ ਜਦੋਂ ਅੰਦਰ ਹੀ ਅੰਦਰ। ਤੇ ਮਹਾਰਾਜ ਜੀ ਕਹਿਣ ਲੱਗਿਆ ਮਨੁੱਖ ਉਹ ਦੇਖ ਕੇ ਬੀਜ ਬੀਜੀ ਕਿਉਂ, ਅੰਤ ਵੇਲੇ ਤੈਨੂੰ ਹੀ ਵੱਢਣਾ ਪੈਣਾ ਇਹ ਬੀਜ। ਕਿਹੜਾ ਬੀਜ ਹੈ? ਉਹ ਹੈ ਸ਼ੁਭ ਬੋਲਣ ਦਾ ਬੀਜ ਹੈ। ਦ੍ਰੋਪਦੀ ਨੇ ਮਾੜਾ ਬੀਜ ਬੀਜਿਆ ਸੀ, ਅੱਗੇ ਆ ਗਿਆ ਉਹਦਾ। ਇੰਨਾ ਹੀ ਕਿਹਾ ਸੀ ਜਦੋਂ ਉਹ ਰਾਜ ਮਹਿਲ ਬਣਾਇਆ ਨਾ ਦਿੱਲੀ ਦੇ ਵਿੱਚ, ਤੇ ਉਹ ਮਹਿਲ ਇੰਨਾ ਸੁੰਦਰ ਬਣਾਇਆ, ਜਿੱਥੇ ਦੀਂਦਾ ਵੀ ਇੱਥੇ ਪਾਣੀ ਹੈ ਉੱਥੇ ਸੁੱਕਾ ਹੈ, ਜਿੱਥੇ ਸੁੱਕਾ ਦੀਂਦਾ ਉੱਥੇ ਪਾਣੀ ਹੈ, ਜਿੱਥੇ ਬੈਠਣ ਵਾਸਤੇ ਮੰਜੇ ਦੀਂਦੇ ਆ ਉੱਥੇ ਵੱਡੇ ਵੱਡੇ ਟੋਏ ਨੇ, ਜਿੱਥੇ ਟੋਏ ਦੀਂਦੇ ਉੱਥੇ ਮੰਜੇ। ਇੰਨੀ ਜਣੀ ਉਹ ਮੀਨਾਕਾਰੀ ਕਰੀ ਹੋਈ ਸੀ। ਜਿੱਥੇ ਕੰਧ ਦੀਂਦੀ ਆ ਉੱਥੇ ਗੇਟ ਹੈ, ਜਿੱਥੇ ਗੇਟ ਆ ਉੱਥੇ ਕੰਧ ਹੈ। ਜਦੋਂ ਦੁਰਯੋਧਨ ਜਾਣ ਲੱਗਿਆ ਵੀ ਮੈਂ ਕੰਧ ਵਿੱਚ ਇੱਧਰ ਦੀ ਲੰਘ ਜਾਣਾ, ਗੇਟ ਵਿੱਚ ਜਾ ਕੇ ਗੇਟ 'ਚ ਮੱਥਾ ਵੱਜਿਆ, ਡਿੱਗ ਪਿਆ। ਫਿਰ ਕਹਿਣ ਲੱਗਾ ਚੱਲ ਇੱਧਰਲੇ ਪਾਸੇ ਸੁੱਕਾ, ਮੈਂ ਇਹਦੇ ਵਿੱਚ ਦੀ ਲੰਘ ਜਾਣਾ, ਗਲ ਗਲ ਪਾਣੀ ਵਿੱਚ ਵੜ ਗਿਆ। ਬੈਠਣ ਲੱਗਿਆ ਵੀ ਆ ਮੰਜਾ ਪਿਆ, ਕੁਰਸੀ ਕਹਿ ਲਓ ਮੰਜਾ ਕਹਿ ਲਓ, ਉਹ ਬੈਠਣ ਲੱਗਾ, ਉਹ ਟੋਏ ਦੇ ਵਿੱਚ ਜਾ ਡਿੱਗਿਆ। ਦ੍ਰੋਪਦੀ ਉੱਪਰ ਖੜੀ ਸੀ ਤੇ ਮੂੰਹ ਨਾਲ ਬੀਜ ਬੀਜਿਆ ਸੀ, ਇੱਕੋ ਹੀ ਸ਼ਬਦ ਆਖਿਆ ਸੀ, ਕਹਿੰਦੇ ਅੰਨਿਆਂ ਦੇ ਅੰਨੇ ਹੀ ਹੁੰਦੇ ਨੇ, ਬਸ ਇੰਨਾ ਹੀ ਸ਼ਬਦ। ਦੁਰਯੋਧਨ ਦਾ ਪਿਤਾ ਸੀ ਜਿਹੜਾ ਧ੍ਰਿਤਰਾਸ਼ਟਰ, ਉਹ ਜਨਮ ਤੋਂ ਲੈ ਕੇ ਅੰਨਾ ਸੀ, ਕਹਿੰਦੀ ਅੰਨਿਆਂ ਦੇ ਅੰਨੇ ਹੀ ਹੁੰਦੇ ਨੇ, ਬਸ ਇੰਨਾ ਕੁ ਉਹ ਬੀਜ ਬੀਜਿਆ ਤੇ ਫਿਰ ਉਹਨੂੰ ਵੱਢਣਾ ਪੈ ਗਿਆ। ਅੰਦਰ ਸਭੈ ਦੁਸ਼ਾਸਨੈ ਮਥੈ ਬਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨਾਗੀ ਕਰੋ ਪੰਚਾਲੀ ਬਾਂਦੀ। ਕਹਿੰਦੇ ਭਰੀ ਸਭਾ ਵਿੱਚ ਵਸਤਰਾਂ ਤੋਂ ਹੀਨ ਕੀਤਾ, ਤੇ ਉਹਨੇ ਫਿਰ ਇੱਕ ਬੀਜ ਬੀਜਿਆ ਸੀ, ਇੱਕੋ ਹੀ ਬੀਜ। ਸਾਰੇ ਜਦੋਂ ਹਾਰ ਗਏ ਨਾ, 5 ਪਤੀ ਆਓ ਘਟ ਪੰਜੇ ਪਾਂਡੋ ਦੇਖਦੇ, ਆਓ ਘਟ ਰੁੱਧੀ ਨਾਰ ਤਿਨਾਂ ਦੀ। ਕਹਿੰਦੇ 5 ਪਤੀ ਵੇਖਦੇ ਸੀ, ਨੀਵੀਆਂ ਪੈ ਗਈਆਂ। ਦੋਨਾਂ ਪਾਰਟੀਆਂ ਦੇ ਸਾਂਝੇ ਗੁਰੂ ਸਨ, ਉਹ ਵੀ ਨੀਵੀਂ ਪਾ ਗਏ। ਫਿਰ ਕਹਿੰਦੇ ਭਗਵਾਨ ਕ੍ਰਿਸ਼ਨ ਮਰ ਦੇ ਚਰਨਾਂ ਵਿੱਚ ਦ੍ਰੋਪਦੀ ਨੇ ਅਰਜ਼ ਕਰੀ, ਭਗਵਾਨ ਹੁਣ ਕਿਰਪਾ ਕਰ ਦੇ। ਕੀ ਕਹਿੰਦੀ? ਅੱਜ ਤੋਂ ਤੈਨੂੰ ਮੈਂ ਕ੍ਰਿਸ਼ਨ ਨਹੀਂ ਕਹਿਣਾ, ਨਾ ਤੈਨੂੰ ਭਗਵਾਨ ਕਹਿਣਾ। ਆਵਾਜ਼ ਆਈ ਕੀ ਕਾਰਨ? ਕਹਿੰਦੇ ਜੇ ਅੱਜ ਮੇਰੀ ਸਭਾ ਦੇ ਵਿੱਚ ਤੇ ਲਾਜ ਨਾ ਰੱਖੀ। ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨਾ, ਰੱਬ ਦੇ ਫਕੀਰ ਕਹਦੇ ਹੁੰਦੇ ਹੋ ਕੀ ਕਹਿੰਦੇ? ਕਹਿਣ ਲੱਗੇ ਦ੍ਰੋਪਦੀ ਨੇ ਅਰਜ਼ ਕਰੀ, ਉਹ ਤੈਨੂੰ ਕ੍ਰਿਸ਼ਨ ਕਿਸੇ ਨੇ ਨਹੀਂ ਕਹਿਣਾ, ਜੇ ਅੱਜ ਮੇਰੇ ਚੀਰ ਲੱਥ ਗਏ, ਤੈਨੂੰ ਕ੍ਰਿਸ਼ਨ ਕਿਸੇ ਨੇ ਨਹੀਂ ਕਹਿਣਾ, ਜੇ ਅੱਜ ਮੇਰੇ ਚੀਰ ਲੱਥ ਗਏ, ਤੈਨੂੰ ਕ੍ਰਿਸ਼ਨ ਕਿਸੇ ਨੇ ਨਹੀਂ ਕਹਿਣਾ,
ਇਹ ਅੱਜ ਮੇਰੇ ਚੀਰ ਲੱਥਣਗੇ ਵਿਚਲੇ ਕਿਸੇ ਨੇ ਨਹੀਂ ਕਹਿਣਾ ਜੇ ਅੱਜ ਮੇਰੇ ਚੀਰ ਲੱਥਣਗੇ ਕਿਸੇ ਨੇ ਨਹੀਂ ਕਹਿਣਾ ਜੇ ਅੱਜ ਮੇਰੇ ਚੀਰ ਲੱਥ ਗਏ ਤੈਨੂੰ ਕਿਸੇ ਨੇ ਨਹੀਂ ਕਹਿਣਾ ਜੇ ਅੱਜ ਮੇਰੇ ਚੀਰ ਲੱਥ ਗਏ। ਫੇਰ ਉੱਥੇ ਬੀਜ ਬੀਜਿਆ ਹੋਇਆ ਸੀ, ਇੱਕ ਤਾਂ ਮੂੰਹ ਨਾਲ ਬੀਜ ਬੀਜਿਆ, ਇੱਕ ਹੱਥਾਂ ਨਾਲ ਬੀਜ ਬੀਜਿਆ, ਦੋਨੋਂ ਅੱਗੇ ਆ ਗਏ। ਕਹਿੰਦੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕੱਪੜ ਕੋਟ ਉਸਾਰੀਆਂ ਥੱਕੇ ਦੂਤ ਨਾ ਪਾਰ ਵਸਾਂਦੀ। ਕਹਿੰਦੇ ਉਧਰ ਉਹ ਥੱਕ ਕੇ ਕੱਪੜੇ ਉਤਾਰ ਕੇ ਉਸ ਦ੍ਰੋਪਦੀ ਦੇ ਢੇਰ ਲੱਗ ਗਏ, ਕੱਪੜਿਆਂ ਦੇ ਕੋਟ ਉਸਰ ਗਏ, ਕੋਟ ਤੋਂ ਭਾਵ ਵੱਡੇ ਵੱਡੇ ਢੇਰ ਲੱਗ ਗਏ, ਸਮਾਪਤੀ ਹੋ ਗਈ। ਫਿਰ ਪੁੱਛਿਆ ਦ੍ਰੋਪਦੀ ਨੇ, ਕਹਿੰਦੇ ਇਹ ਕਲਾ ਕੀ ਵਰਤਾਈ ਤੁਸੀਂ? ਕਹਿੰਦੇ ਦ੍ਰੋਪਦੀ ਮੈਂ ਨਹੀਂ ਕਲਾ ਵਰਤਾਈ, ਪਹਿਲੀ ਗੱਲ ਤੈਨੂੰ ਸਭਾ ਦੇ ਵਿੱਚ ਜਿਹੜਾ ਕੇਸਾਂ ਤੋਂ ਫੜ ਕੇ ਘੜੀਸਣ ਦਾ ਇਹੋ ਹੀ ਭਾਵ ਸੀ, ਤਾਂ ਜੀਵ ਨਾਲ ਬੀਜ ਬੀਜਿਆ, ਤੈਂ ਕਿਹਾ ਸੀ ਅੰਨਿਆਂ ਦੇ ਅੰਨੇ ਆ ਉਹ ਤੈਨੂੰ ਵੱਢਣਾ ਪੈ ਗਿਆ, ਸਭਾ ਦੇ ਵਿੱਚ ਤੇਰੀ ਜਿਹੜੀ ਉਹ ਬੇਪਤ ਕੀਤੀ ਗਿਆ। ਕਹਿੰਦੀ ਫਿਰ ਕੱਪੜੇ ਆਏ ਕਿੱਥੋਂ ਇਹਨੇ? ਕਹਿੰਦੇ ਦੁਰਵਾਸਾ ਜੀ ਇਸ਼ਨਾਨ ਕਰਦੇ ਸੀ ਨਦੀ ਦੇ ਵਿੱਚ, ਉਹ ਪਾਣੀ ਦਾ ਵਹਿਣ ਜ਼ਿਆਦਾ ਤੇਜ਼ ਸੀ, ਉਹ ਕੱਪੜੇ ਜਿਹੜਾ ਉਹਨਾਂ ਦੇ ਧੋਤੀ ਸੀ ਉਹ ਰੁੜ ਕੇ ਲੈ ਗਿਆ ਪਾਣੀ। ਉਸ ਰਿਸ਼ੀਆਂ ਨੇ ਬੇਨਤੀ ਕਰੀ, ਤੂੰ ਲੰਘੀ ਜਾਂਦੀ ਸੀ ਉੱਥੋਂ ਦੀ, ਵੀ ਕੋਈ ਥੋੜਾ ਬਹੁਤਾ ਜਿਹੜਾ ਮੈਨੂੰ ਕੋਈ ਕੱਪੜਾ ਦੇ ਦਿਓ, ਮੈਂ ਆਪਣਾ ਤਨ ਢੱਕ ਕੇ ਬਾਹਰ ਆ ਜਾ। ਦ੍ਰੋਪਦੀ ਤੂੰ ਉੱਥੇ ਖੜ ਗਈ, ਆਪਣੀ ਸਾੜੀ ਪਾੜ ਕੇ ਥੋੜਾ ਜਿਹਾ ਬਸਤਰ ਸੁੱਟਿਆ, ਪਾਣੀ ਦਾ ਵਹਿਣ ਤੇਜ਼ ਸੀ, ਉਹ ਵਹਿ ਗਿਆ ਪਾਣੀ ਵਿੱਚ। ਫੇਰ ਤਾਂ ਦੂਸਰੀ ਵਾਰੀ ਸੁੱਟਿਆ, ਉਹ ਰਿਸ਼ੀ ਤੋਂ ਫੇਰ ਨਾ ਫੜਿਆ ਗਿਆ। ਤੀਸਰੀ ਵਾਰੀ ਜਦੋਂ ਤੈਂ ਸੁੱਟਿਆ, ਉਧਰ ਅਕਾਲ ਪੁਰਖ ਨੇ ਦੇਖਿਆ ਇਹਦੇ ਕੋਲੇ ਵੀ ਓਨਾ ਕੁ ਵਸਤਰ ਹੈ ਤਨ ਢੱਕਣ ਵਾਸਤੇ, ਤੇ ਉਹ ਰਿਸ਼ੀ ਦੇ ਹੱਥ ਵਿੱਚ ਕੱਪੜਾ ਲੱਗ ਗਿਆ, ਉਹ ਆਪਣਾ ਤਨ ਢੱਕ ਕੇ ਬਾਹਰ ਆਇਆ। ਬਸ ਇੰਨਾ ਕੁ ਤੇਰਾ ਬੀਜ ਬੀਜਿਆ ਸੀ, ਜਿਹੜਾ ਅੱਜ ਕੱਪੜਿਆਂ ਦੇ ਵੱਡੇ ਵੱਡੇ ਕੋਟ ਉਸਾਰ ਦਿੱਤੇ। ਕੱਪੜ ਕੋਟ ਉਸਾਰੀਆਂ ਥੱਕੇ ਦੂਤ ਨਾ ਪਾਰ ਵਸਾਂਦੀ। ਤੇਰਾ ਜੀਵ ਦਾ ਬੋਲ ਬੋਲਿਆ ਹੋਇਆ ਵੀ ਬੀਜ ਬੀਜਿਆ ਹੋਇਆ ਵੀ ਤੈਨੂੰ ਵੱਢਣਾ ਪੈ ਗਿਆ, ਤੇ ਚੰਗਾ ਤੇਰਾ ਬੀਜ ਬੀਜਿਆ ਹੋਇਆ ਵੀ ਅੱਜ ਤੈਨੂੰ ਜਿਹੜਾ ਉਹ ਤੇਰੇ ਸਾਹਮਣੇ ਆ ਗਿਆ। ਥੋੜਾ ਜਿਹਾ ਕੱਪੜਾ ਦਾਨ ਕਰਿਆ, ਇੰਨਾ ਤੈਨੂੰ ਉਹ ਸਭਾ ਦੇ ਵਿੱਚ ਬਸਤਰ ਮਿਲ ਗਏ। ਮਹਾਰਾਜ ਜੀ ਕਹਿਣ ਲੱਗਿਆ, ਮਨੁੱਖ ਦੇਖ ਕੇ ਕਿਸੇ ਨੂੰ ਪਿਆਰ ਦੇ ਵਿੱਚ ਆ ਕੇ, ਮੇਰੇ ਸਤਿਗੁਰੂ ਜੀ ਤਾਂ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਫਰਮਾਨ ਕਰਦੇ ਹਨ, ਉਹ ਕੀ ਕਹਿੰਦੇ? ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ ਜੀ, ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਉਹ ਕਹਿਣਾ ਸਤਿਗੁਰ ਦਾ ਪਿਆਰੇ ਉਹ ਕਹਿਣਾ ਸਤਿਗੁਰ ਦਾ ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਉਹ ਕਹਿਣਾ ਸਤਿਗੁਰ ਦਾ ਪਿਆਰੇ ਉਹ ਕਹਿਣਾ ਸਤਿਗੁਰ ਦਾ ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਉਹ ਕਹਿਣਾ ਸਤਿਗੁਰ ਦਾ ਪਿਆਰੇ ਉਹ ਕਹਿਣਾ ਸਤਿਗੁਰ ਦਾ ਮਿੱਠਾ ਬੋਲੇ ਨਿਭ ਚੱਲੇ, ਪੱਲੋ ਨਾ ਕਿਛ ਦੇ, ਰੱਬ ਤਿਨਾਂ ਦੇ ਬੁਕਲੀ ਜੰਗਲ ਕਿਆ ਢੂੰਡੇ। ਬਹੁਤ ਬਹੁਤ ਧੰਨਵਾਦ ਸਰਬ ਸੰਗਤਾਂ ਦਾ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਦਿਓ, ਤਨ ਕਰਕੇ ਮਨ ਕਰਕੇ ਧਨ ਕਰਕੇ। ਮੇਰਾ ਮਾਲਕ ਸਭ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ। ਸੋ 31 ਤਰੀਕ ਦਾ ਸ਼੍ਰੋਮਣੀ ਭਗਤ ਬਾਬਾ ਬਾਲਮੀਕ ਮਹਾਰਾਜ ਜਿਨ੍ਹਾਂ ਨੇ ਇਸ ਤਰ੍ਹਾਂ ਟੁੱਟੇ ਹੋਏ ਨੂੰ ਸਾਰਿਆਂ ਨੂੰ ਇਕੱਠੇ ਕੀਤਾ, ਉਹ ਸ਼੍ਰੋਮਣੀ ਭਗਤ 31 ਤਰੀਕ ਨੂੰ ਉਹਨਾਂ ਦਾ ਆਗਮਨ ਪੁਰਬ ਹੈ, ਪੂਰਨਮਾਸ਼ੀ ਹੈ ਭਾਵ ਕਹਿਣ ਤੋਂ, ਤੇ ਉਸ ਦਿਨ ਵੱਧ ਚੜ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਵੀ ਭਰਨੀਆਂ ਨੇ, ਤੇ ਚਾਹ ਦੇ ਲੰਗਰ ਦੇ ਵਿੱਚ ਬੇਅੰਤ ਸੰਗਤਾਂ ਵੱਲੋਂ ਯੋਗਦਾਨ ਆ ਰਿਹਾ ਹੈ। ਮੇਰਾ ਮਾਲਕ ਕਿਰਪਾ ਕਰੇ। ਸੋ ਸਰਬ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ, ਇਸੇ ਤਰ੍ਹਾਂ ਗੁਰੂ ਕੀ ਸੰਗਤ ਬਣੀ ਰਹੇ ਭਾਵ ਮੇਰਾ ਹੀ ਹੈ ਬਸ।
ਵੀ ਕੋਈ ਕਿਸੇ ਪਾਸਿਓਂ ਇਸ ਤਰ੍ਹਾਂ ਜੋੜਨ ਦੀ ਗੱਲ ਕਰਦਾ, ਕੋਈ ਕਿਸੇ ਪਾਸਿਓਂ ਕੋਈ ਨਾ ਕੋਈ ਗੁਰੂ ਨਾਲ ਜੁੜ ਜਾਵੇ, ਉਹਦੇ ਵਿੱਚ ਸਾਡਾ ਭਲਾ ਹੈ, ਹੋਰ ਕੋਈ ਬੁੱਟਾ ਨਹੀਂ ਹੈ। ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਲਿਵ ਗੁਰੂ ਨਾਲ ਜੁੜ ਗਈ, ਉਹ ਤਨ ਕਰਕੇ ਮਨ ਕਰਕੇ ਧਨ ਕਰਕੇ ਜੁੜ ਗਿਆ, ਉਹਦੇ ਵਿੱਚੋਂ ਜਿਹੜਾ ਉਹ ਫਲ ਸਾਨੂੰ ਵੀ ਪ੍ਰਾਪਤ ਹੋਵੇਗਾ। ਇੰਨੀ ਮਿਹਨਤਦਾਰੀ ਕਰਨ ਦਾ ਭਾਵ ਇਹੀ ਹੁੰਦਾ। ਬਾਕੀ ਦਾ ਪਤਾ ਚਾਹ ਪਾਣੀ ਸਾਰੇ ਪੀ ਕੇ ਆਏ ਨੇ, ਜਾ ਕੇ ਫੇਰ ਪੀ ਲੈਣਾ, ਪਰ ਇੱਥੇ ਕੁਝ ਪੀਣ ਦਾ ਆਨੰਦ ਕੁਝ ਵੱਖਰਾ ਹੈ। ਉਹ ਕੀ ਹੈ? ਉਹ ਹੈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ।